ਹੈਲੋ एवरीवन ਵੈਲਕਮ ਟੂ ਦੀਪ ਪ੍ਰੌਡ। ਦੀਪ ਪ੍ਰੌਡ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਦਸੰਬਰ ਮੰਥ ਦਾ ਪਾਰਟ 2, ਜਿਸ ਵਿੱਚ ਆਪਾਂ 8 ਦਸੰਬਰ ਤੋਂ ਲੈ ਕੇ 15 ਦਸੰਬਰ ਤੱਕ ਦੇ ਕਰੰਟ ਅਫੇਅਰਸ ਕੰਪਲੀਟ ਕਰਾਂਗੇ। ਕਰੰਟ ਅਫੇਅਰਸ ਆਪਣੇ MCQ ਦੀ ਫਾਰਮੈਟ 'ਚ ਹੋਣਗੇ ਅਤੇ ਉਸ ਤੋਂ ਪਹਿਲਾਂ ਇੱਕ ਕੁਇਜ਼ ਹੋਏਗਾ। ਇਸ ਵਾਰ ਦੇ ਕੁਇਜ਼ ਦੇ ਕੁਐਸਚਨਸ ਇੱਕ ਪੇਪਰ 'ਚੋਂ ਲਿੱਤੇ ਗਏ ਨੇ, ਜੋ ਪੇਪਰ ਤੁਹਾਡਾ 5 ਦਸੰਬਰ 2020 ਨੂੰ ਹੋਇਆ ਸੀ। ਇਹ ਪੇਪਰ ਕੰਡਕਟ ਕੀਤਾ ਸੀ PPSC ਬੋਰਡ ਨੇ, ਜੋ ਪ੍ਰਿੰਸੀਪਲ ਅਤੇ ਹੈਡਮਾਸਟਰ ਲਈ ਸੀ। ਸੋ ਸ਼ੁਰੂ ਕਰਦੇ ਹਾਂ ਆਪਾਂ ਆਪਣਾ ਕੁਇਜ਼। ਆਪਣੇ ਕੁਇਜ਼ ਦਾ ਫਸਟ ਕੁਐਸਚਨ, ਕਿਹੜੀ ਯੂਨੀਅਨ ਮਿਨਿਸਟਰੀ ਨੇ ਟੌਪਸ ਜੂਨੀਅਰ ਸਕੀਮ ਨੂੰ ਲਾਂਚ ਕੀਤਾ ਹੈ? ਟੌਪਸ ਜੂਨੀਅਰ ਸਕੀਮ ਇੱਕ ਲਾਂਚ ਹੋਈ ਸੀ, ਕਿਹੜੀ ਯੂਨੀਅਨ ਮਿਨਿਸਟਰੀ ਨੇ ਇਹਨੂੰ ਲਾਂਚ ਕੀਤਾ ਹੈ? ਵਟ ਇਜ਼ ਚੈਂਪੀਅਨਸ? ਚੈਂਪੀਅਨਸ ਕੀ ਹੈ? ਚਲੋ ਤੁਹਾਨੂੰ ਮੈਂ ਇੱਕ ਹਿੰਟ ਦੇ ਦੇਣਾ ਹੈ, ਇਹ ਚੈਂਪੀਅਨਸ ਇੱਕ ਸਕੀਮ ਹੈ, ਤੁਸੀਂ ਇਹ ਦੱਸਣਾ ਕਿਹਦੇ ਲਈ ਇਹ, ਕਿਸ ਰਿਗਾਰਡਿੰਗ ਇਹ ਸਕੀਮ ਬਣਾਈ ਗਈ ਹੈ। ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਾਊਂਸਿਲ ਇਜ਼ ਚੇਅਰਡ ਬਾਈ। ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਾਊਂਸਿਲ ਦਾ ਚੇਅਰਪਰਸਨ ਕੌਣ ਹੁੰਦਾ ਹੈ? ਸੁਮਨ ਇੱਕ ਸਕੀਮ ਚਲਾਈ ਗਈ ਹੈ, ਇਹਦਾ ਏਮ ਕੀ ਹੈ? ਸਾਈਟੋਟਰੋਨ ਇਹ ਕੀ ਚੀਜ਼ ਹੈ? ਇਸ ਬਾਰੇ ਤੁਹਾਨੂੰ ਜੋ ਵੀ ਪਤਾ ਹੈ ਉਹ ਦੱਸੋ। ਜੋ ਬਾਈਡਨ ਵਿਲ ਬੀ ਇਲੈਕਟਡ ਐਜ਼ ਵਿਚ ਪ੍ਰੈਜ਼ੀਡੈਂਟ ਆਫ ਦੀ US, ਮਤਲਬ ਕਿੰਨਵੇਂ ਨੰਬਰ 'ਤੇ ਇਹ ਪ੍ਰੈਜ਼ੀਡੈਂਟ ਨੇ, ਕਿੰਨਵੇਂ ਨੰਬਰ ਦੇ ਪ੍ਰੈਜ਼ੀਡੈਂਟ ਨੇ US ਦੇ? ਜੋ ਬਾਈਡਨ। 10 ਡਿਗਰੀ ਚੈਨਲ, ਜੋ 10 ਡਿਗਰੀ ਚੈਨਲ ਹੈ ਉਹ ਕਿਹੜੇ ਦੋ ਆਈਲੈਂਡਸ ਨੂੰ ਸੈਪਰੇਟ ਕਰਦਾ ਹੈ? ਕਿਹੜੀ ਵਿਚ ਵਾਜ਼ ਦ ਫਸਟ ਇੰਡੀਅਨ ਸਟੇਟ ਟੂ ਐਸਟੈਬਲਿਸ਼ ਇੰਸਟੀਟਿਊਟ ਆਫ ਲੋਕਾਯੁਕਤਾ? ਲੋਕਾਯੁਕਤਾ ਦਾ ਇੰਸਟੀਟਿਊਟ ਫਸਟ ਵਾਰ ਕਿਹੜੀ ਸਟੇਟ ਨੇ ਐਸਟੈਬਲਿਸ਼ ਕੀਤਾ ਹੈ? ਕ੍ਰੀਏਸ਼ਨ ਆਫ ਅ ਨਿਊ ਸਟੇਟ ਇਨ ਇੰਡੀਆ ਫਰੋਮ ਐਨ ਐਗਜ਼ਿਸਟਿੰਗ ਸਟੇਟ ਇਨਵੋਲਵਸ ਅ ਕੰਸੈਂਟ ਆਫ। ਅਗਰ ਆਪਾਂ ਕੋਈ ਨਈ ਸਟੇਟ ਬਣਾਉਣਾ ਚਾਹੁੰਦੇ ਹਾਂ, ਜੋ ਉਹਦੇ ਵਿੱਚੋਂ ਜੋ ਇੱਕ ਪਹਿਲਾਂ ਹੀ ਇੱਕ ਸਟੇਟ ਹੈ, ਜਿਵੇਂ ਆਪਾਂ ਪੰਜਾਬ 'ਚੋਂ ਹੀ ਕੁਝ ਰੀਜ਼ਨ ਕੱਟ ਕੇ ਨਵੀਂ ਸਟੇਟ ਬਣਾਉਣਾ ਚਾਹੁੰਦੇ ਹਾਂ, ਤਾਂ ਉਹਦੇ ਵਿੱਚ ਕਿੰਨਾ ਦੀ ਕੰਸੈਂਟ ਦੀ ਜ਼ਰੂਰਤ ਹੋਏਗੀ? ਕਿਹੜੀ ਯੂਨੀਅਨ ਮਿਨਿਸਟਰੀ ਨੇ ਟੌਪਸ ਜੂਨੀਅਰ ਸਕੀਮ ਚਲਾਈ ਹੈ? ਟੌਪਸ ਦੀ ਫੁੱਲ ਫਾਰਮ ਹੈ ਟੈਲੈਂਟ ਓਲੰਪਿਕ ਪੋਡੀਅਮ ਸਕੀਮ। ਟੈਲੈਂਟ ਓਲੰਪਿਕ ਪੋਡੀਅਮ ਸਕੀਮ, ਠੀਕ ਹੈ। ਇਹਦੇ ਵਿੱਚ ਕੀ ਹੈ, ਜੋ ਆਪਣੀ ਜੂਨੀਅਰ ਟੀਮ ਹੈ ਜੋ ਓਲੰਪਿਕਸ ਜਾਣਗੀਆਂ 2024 ਅਤੇ 28 ਦੇ, ਉਹਨਾਂ ਨੂੰ ਉਹਨਾਂ ਦੇ ਜੋ ਟੈਲੈਂਟ ਹੈ ਉਹਨਾਂ ਨੂੰ ਨਿਖਾਰਨ ਲਈ ਇਹ ਟੀਮ, ਇਹ ਜੋ ਸਕੀਮ ਹੈ ਇਹ ਚਲਾਈ ਗਈ ਹੈ। ਅਤੇ ਇਹ ਚਲਾਈ ਕਿੰਨੀ ਹੈ? ਇਹ ਚਲਾਈ ਹੈ ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਨੇ। ਮਿਨਿਸਟਰੀ ਆਫ ਯੂਥ ਅਫੇਅਰਸ ਐਂਡ ਸਪੋਰਟਸ ਨੇ ਇਹ ਜੋ ਸਕੀਮ ਹੈ ਚਲਾਈ ਗਈ ਹੈ। ਕਿਹਦੇ ਲਈ? 2024 ਅਤੇ 28 ਦੇ ਓਲੰਪਿਕਸ ਵਿੱਚ ਜੋ ਆਪਣੀ ਜੂਨੀਅਰ ਟੀਮ ਹੈ ਉਹਨਾਂ ਦੇ ਅੱਛੇ ਪ੍ਰਦਰਸ਼ਨ ਲਈ। ਚੈਂਪੀਅਨਸ ਕੀ ਹੈ? ਚੈਂਪੀਅਨਸ ਦੀ ਫੁੱਲ ਫਾਰਮ ਹੈ ਕ੍ਰੀਏਸ਼ਨ ਐਂਡ ਹਾਰਮੋਨੀਅਸ ਐਪਲੀਕੇਸ਼ਨ ਆਫ ਮਾਡਰਨ ਪ੍ਰੋਸੈਸ ਫॉर ਇੰਕਰੀਜ਼ਿੰਗ ਦ ਆਊਟਪੁੱਟ ਨੈਸ਼ਨਲ ਸਟਰੈਂਥ। ਇਹਦੀ ਫੁੱਲ ਫਾਰਮ ਤੁਹਾਨੂੰ ਯਾਦ ਕਰਨ ਦੀ ਕੋਈ ਜ਼ਰੂਰਤ ਨਹੀਂ, ਕਾਫੀ ਬੜੀ ਵੀ ਹੈ। ਅਤੇ ਇਹਦੇ ਵਿੱਚ ਕੀ ਹੈ ਵੀ ਆਪਣਾ ਜੋ ਨੇਸ਼ਨ ਹੈ ਉਹਦੀ ਆਪਾਂ ਇਕੋਨਮੀ ਇੰਕਰੀਜ਼ ਕਰਨੀ ਹੈ। ਅਤੇ ਆਪਾਂ ਇਕੋਨਮੀ ਕਿਵੇਂ ਸੁਧਾਰ ਸਕਦੇ ਹਾਂ? ਜਿਹਦਾ ਇਕੋਨਮੀ ਦੇ ਵਿੱਚ ਸਭ ਤੋਂ ਵੱਡਾ ਕੰਟਰੀਬਿਊਸ਼ਨ ਹੋਵੇ ਉਹਦੀ ਪ੍ਰੋਬਲਮਸ ਰਿਜ਼ੋਲਵ ਕਰਕੇ। ਸੋ ਜੋ MSME ਸੈਕਟਰ ਹੈ, ਮਾਈਕਰੋ ਸਮॉल ਮੀਡੀਅਮ ਐਂਟਰਪ੍ਰਾਈਜ਼, ਜੋ ਇਹ ਸੈਕਟਰ ਹੈ ਇਹਦਾ ਕੰਟਰੀਬਿਊਸ਼ਨ ਆਪਣੀ ਇਕੋਨਮੀ ਦੇ ਵਿੱਚ ਬਹੁਤ ਬੜਾ ਹੈ। ਅਤੇ ਜੋ ਚੈਂਪੀਅਨ ਸਕੀਮ ਹੈ ਇਹ ਇਸੇ ਲਈ ਚਲਾਈ ਗਈ ਹੈ ਵੀ MSME ਦੀ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮਸ ਹੈ ਤਾਂ ਉਹਨੂੰ ਰਿਜ਼ੋਲਵ ਕੀਤਾ ਜਾ ਸਕੇ। ਨੈਸ਼ਨਲ ਸਟਾਰਟਅਪ ਐਡਵਾਈਜ਼ਰੀ ਕਾਊਂਸਿਲ, ਇਹਦਾ ਚੇਅਰਪਰਸਨ ਕੌਣ ਹੁੰਦਾ ਹੈ? ਇਹਦਾ ਚੇਅਰਪਰਸਨ ਹੁੰਦਾ ਜੀ ਯੂਨੀਅਨ ਕਾਮਰਸ ਮਿਨਿਸਟਰ। ਯੂਨੀਅਨ ਕਾਮਰਸ ਮਿਨਿਸਟਰ। ਅਤੇ ਆਪਣੇ ਇੰਡੀਆ ਦੇ ਕਾਮਰਸ ਮਿਨਿਸਟਰ ਨੇ ਪੀਯੂਸ਼ ਗੋਇਲ। ਪੀਯੂਸ਼ ਗੋਇਲ ਇਹ ਆਪਣੇ ਇੰਡੀਆ ਦੇ ਰੇਲਵੇ ਮਿਨਿਸਟਰ ਵੀ ਨੇ। ਸੁਮਨ ਸਕੀਮ ਦਾ ਏਮ ਕੀ ਹੈ? ਸੁਮਨ ਸਕੀਮ ਦਾ ਏਮ ਹੈ ਕਿ ਜੋ ਇੰਡੀਆ ਦੇ ਵਿੱਚ ਮੋਰਟੈਲਿਟੀ ਰੇਟ ਵੱਧ ਰਿਹਾ ਹੈ ਛੋਟੇ ਬੱਚਿਆਂ ਦੇ ਵਿੱਚ, ਭਰੂਣ ਹੱਤਿਆ ਹੋ ਰਹੀ ਹੈ ਜੋ, ਸੋ ਉਹਨੂੰ ਰੋਕਣ ਲਈ ਇਹ ਸਕੀਮ ਚਲਾਈ ਗਈ ਹੈ ਟੂ ਰਿਡਿਊਸ ਇਨਫੈਂਟ ਮੋਰਟੈਲਿਟੀ ਰੇਟ। ਸਾਈਟੋਟਰੋਨ ਕੀ ਹੈ? ਸਾਈਟੋਟਰੋਨ ਕੀ ਹੈ? ਇਹ ਇੱਕ ਡਿਵਾਈਸ ਹੈ। ਇਹ ਇੱਕ ਡਿਵਾਈਸ ਹੈ ਜੋ ਕੀ ਕਰਦਾ ਹੈ? ਡਿਕਲਾਈਨ ਕਰਦਾ ਹੈ ਜੋ ਅਨਕੰਟਰੋਲਡ ਗਰੋਥ ਹੁੰਦੀ ਹੈ ਟਿਸ਼ੂਜ਼ ਦੀ। ਜੋ ਕਿਸੇ ਵੀ ਆਪਣੇ ਬੋਡੀ ਪਾਰਟ ਦੇ ਵਿੱਚ ਟਿਸ਼ੂਜ਼ ਦੀ ਅਨਕੰਟਰੋਲਡ ਗਰੋਥ ਸ਼ੁਰੂ ਹੋ ਜਾਂਦੀ ਹੈ ਨਾ, ਉਹਨੂੰ ਡਿਕਲਾਈਨ ਕਰਦਾ ਹੈ। ਇਹ ਇੱਕ ਐਜਾ ਡਿਵਾਈਸ ਬਣਾਇਆ ਗਿਆ, ਠੀਕ ਹੈ। ਇਹ ਮਤਲਬ
ਕੈਂਸਰ ਨੂੰ ਕੰਟਰੋਲ ਕਰਨ ਦੀ ਇੱਕ ਕੋਸ਼ਿਸ਼ ਕੀਤੀ ਗਈ ਹੈ। ਜੋ ਬਾਈਡਨ ਕਿੰਨਵੇਂ ਪ੍ਰੈਜ਼ੀਡੈਂਟ ਨੇ ਯੂਐਸ ਦੇ? ਇਹ 46th ਪ੍ਰੈਜ਼ੀਡੈਂਟ ਨੇ ਯੂਐਸ ਦੇ, ਤੇ ਡੈਮੋਕ੍ਰੈਟਿਕ ਪਾਰਟੀ ਇਹਨਾਂ ਦੀ ਪਾਰਟੀ ਹੈ। ਜੋ 10 ਡਿਗਰੀ ਚੈਨਲ ਹੈ ਇਹ ਕਿੰਨਾ ਦੋ ਆਈਲੈਂਡਸ ਨੂੰ ਅਲੱਗ-ਅਲੱਗ ਕਰਦਾ ਹੈ? ਇਹ ਕਰਦਾ ਹੈ ਅੰਡੇਮਾਨ ਤੇ ਨਿਕੋਬਾਰ ਨੂੰ। ਅੰਡੇਮਾਨ ਤੇ ਨਿਕੋਬਾਰ ਆਈਲੈਂਡਸ ਨੂੰ ਇਹ ਅਲੱਗ-ਅਲੱਗ ਕਰਦਾ ਹੈ। ਆਪਣਾ ਅਗਲਾ ਕੁਐਸਚਨ ਸੀ ਬਈ ਕਿਹੜੀ ਇੰਡੀਆ ਦੀ ਪਹਿਲੀ ਸਟੇਟ ਹੈ ਜਿਹਨੇ ਇੰਸਟੀਟਿਊਟ ਆਫ ਲੋਕਾਯੁਕਤਾ ਸ਼ੁਰੂ ਕੀਤੀ ਹੈ? ਇਹ ਹੈ ਜੀ ਮਹਾਰਾਸ਼ਟਰ। ਅਗਰ ਆਪਾਂ ਕੋਈ ਪ੍ਰੀ ਐਗਜ਼ਿਸਟਿੰਗ ਸਟੇਟ ਚੋਂ ਇੱਕ ਸਟੇਟ ਨਹੀਂ ਬਣਾਉਣਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਕਿੰਨਾ ਦੀ ਕੰਸੈਂਟ ਦੀ ਜ਼ਰੂਰਤ ਹੈ? ਇਹਦੇ ਵਿੱਚ ਸਟੇਟ ਲੈਜਿਸਲੇਚਰ ਦੀ ਜ਼ਰੂਰਤ ਹੁੰਦੀ ਹੈ, ਸਟੇਟ ਲੈਜਿਸਲੇਚਰ ਦੀ ਕੰਸੈਂਟ ਦੀ ਜ਼ਰੂਰਤ ਹੈ, ਪ੍ਰੈਜ਼ੀਡੈਂਟ ਦੇ ਕੰਸੈਂਟ ਦੀ ਜ਼ਰੂਰਤ ਹੈ, ਅਤੇ ਨਾਲ ਪਾਰਲੀਮੈਂਟ ਦੇ ਕੰਸੈਂਟ ਦੀ ਜ਼ਰੂਰਤ ਹੈ। ਇਹ ਤਿੰਨਾਂ ਦਾ ਅਗਰ ਕੰਸੈਂਟ ਹੋਵੇ ਤਾਂ ਹੀ ਇੱਕ ਪ੍ਰੀ ਐਗਜ਼ਿਸਟਿੰਗ ਸਟੇਟ ਚੋਂ ਨਈ ਸਟੇਟ ਬਣ ਸਕਦੀ ਹੈ, ਨਹੀਂ ਤਾਂ ਨਹੀਂ ਬਣੂਗੀ। ਹੁਣ ਤੁਸੀਂ ਚੈੱਕ ਕਰੋ ਬਈ ਤੁਹਾਡੇ ਕਿੰਨੇ ਸਹੀ ਸੀ ਅਤੇ ਕਿੰਨੇ ਗਲਤ ਸੀ। ਅਗਰ ਤੁਹਾਡੇ ਜ਼ਿਆਦਾ ਗਲਤ ਵੀ ਸੀਗੇ ਤਾਂ ਨਿਰਾਸ਼ ਨਹੀਂ ਹੋਣਾ, ਕਿਉਂਕਿ ਦੇਖੋ ਇਹ ਪ੍ਰੋਪਰ PPSC ਦਾ ਇੱਕ ਪੇਪਰ ਸੀਗਾ ਜੋ ਕਾਫੀ ਅੱਛੇ ਲੈਵਲ ਦਾ ਸੀ। ਸੋ ਸ਼ੁਰੂ ਕਰਦੇ ਹਾਂ ਆਪਾਂ ਆਪਣਾ ਕਰੰਟ ਅਫੇਅਰਸ ਵਾਲਾ ਪਾਰਟ। ਸਭ ਤੋਂ ਪਹਿਲਾਂ ਆਪਾਂ ਕਵਰ ਕਰਦੇ ਹੁੰਦੇ ਹਾਂ ਇੰਪੋਰਟੈਂਟ ਡੇਜ਼ ਜੋ ਆਪਣੇ ਟਾਈਮ ਡਿਊਰੇਸ਼ਨ ਵਿੱਚ ਜ਼ਰੂਰੀ ਹੁੰਦੇ ਹੈ। ਸੋ ਫਸਟ ਹੈ 8 ਦਸੰਬਰ ਨੂੰ ਸਾਰਕ ਚਾਰਟਰ ਡੇ। ਸਾਰਕ ਚਾਰਟਰ ਡੇ 8 ਦਸੰਬਰ ਨੂੰ ਓਬਜ਼ਰਵ ਕੀਤਾ ਜਾਂਦਾ ਹੈ, ਅਤੇ ਸਾਰਕ ਦਾ ਹੈੱਡਕੁਆਟਰਸ ਹੈਗਾ ਕਾਠਮਾਂਡੂ ਵਿੱਚ, ਜੋ ਨੇਪਾਲ ਦੀ ਕੈਪੀਟਲ ਹੈ। ਨੇਪਾਲ ਦੀ ਕੈਪੀਟਲ ਕਾਠਮਾਂਡੂ ਦੇ ਵਿੱਚ ਸਾਰਕ ਦਾ ਹੈੱਡਕੁਆਟਰ ਹੈ। 9 ਦਸੰਬਰ ਨੂੰ ਓਬਜ਼ਰਵ ਕੀਤਾ ਜਾਂਦਾ ਹੈ ਇੰਟਰਨੈਸ਼ਨਲ ਐਂਟੀ ਕਰਪਸ਼ਨ ਡੇ। ਇੰਟਰਨੈਸ਼ਨਲ ਐਂਟੀ ਕਰਪਸ਼ਨ ਡੇ 9 ਦਸੰਬਰ ਨੂੰ ਓਬਜ਼ਰਵ ਕੀਤਾ ਜਾਂਦਾ ਹੈ। ਇਸ ਵਾਰ ਇਹਦੀ ਥੀਮ ਸੀ ਰਿਕਵਰ ਵਿਦ ਇੰਟੀਗ੍ਰਿਟੀ। ਰਿਕਵਰ ਵਿਦ ਇੰਟੀਗ੍ਰਿਟੀ। ਹਿਊਮਨ ਰਾਈਟਸ ਡੇ ਓਬਜ਼ਰਵ ਕੀਤਾ ਜਾਂਦਾ ਹੈ 10 ਦਸੰਬਰ ਨੂੰ, ਅਤੇ ਇਸ ਵਾਰ ਇਹਦੀ ਥੀਮ ਸੀ ਰਿਕਵਰ ਬੈਟਰ ਸਟੈਂਡ ਅਪ ਫॉर ਹਿਊਮਨ ਰਾਈਟਸ। ਰਿਕਵਰ ਬੈਟਰ ਸਟੈਂਡ ਅਪ ਫॉर ਹਿਊਮਨ ਰਾਈਟਸ। ਯੂਨੀਸੈਫ ਡੇ ਓਬਜ਼ਰਵ ਕੀਤਾ ਜਾਂਦਾ ਹੈ ਦਸੰਬਰ 11 ਦਸੰਬਰ ਨੂੰ, ਅਤੇ 11 ਦਸੰਬਰ ਨੂੰ ਹੀ ਇੱਕ ਹੋਰ ਡੇ ਓਬਜ਼ਰਵ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਇੰਟਰਨੈਸ਼ਨਲ ਮਾਊਂਟੇਨ ਡੇ। ਇੰਟਰਨੈਸ਼ਨਲ ਮਾਊਂਟੇਨ ਡੇ, ਅਤੇ ਇਸ ਵਾਰ ਦੀ ਥੀਮ ਸੀ ਮਾਊਂਟੇਨ ਬਾਇਓਡਾਇਵਰਸਿਟੀ। 12 ਦਸੰਬਰ ਨੂੰ ਇੰਟਰਨੈਸ਼ਨਲ ਯੂਨੀਵਰਸਲ ਹੈਲਥ ਕਵਰੇਜ ਡੇ ਓਬਜ਼ਰਵ ਕੀਤਾ ਜਾਂਦਾ ਹੈ, ਅਤੇ ਇਸ ਵਾਰ ਦੀ ਥੀਮ ਸੀ ਹੈਲਥ ਫॉर ਆਲ ਪ੍ਰੋਟੈਕਟ ਐਵਰੀਵਨ। ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਕਰੰਟ ਅਫੇਅਰਸ ਜੋ MCQ ਦੇ ਫਾਰਮੈਟ 'ਚ ਨੇ। ਸੋ ਫਸਟ ਕੁਐਸਚਨ ਹੈ ਕਿਹੜੀ ਸਟੇਟ ਹੈ ਜਿਹਨੇ ਲੈਂਡ ਗ੍ਰੈਬਿੰਗ ਪ੍ਰੋਹੀਬਿਸ਼ਨ ਐਕਟ ਪਾਸ ਕੀਤਾ ਹੈ, ਜਿਹਦੇ ਵਿੱਚ ਕੀ ਹੋਊਗਾ ਅਗਰ ਕੋਈ ਇੱਕ ਇਨਸਾਨ ਦੂਸਰੇ ਇਨਸਾਨ ਦੀ ਜ਼ਮੀਨ ਦੱਬਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਦੱਬਦਾ ਹੈ ਤਾਂ ਉਹਨੂੰ 7 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਲਾਅ ਕਿਹਨੇ ਬਣਾਇਆ ਜੀ? ਇਹ ਬਣਾਇਆ ਗੁਜਰਾਤ ਦੀ ਗਵਰਨਮੈਂਟ ਨੇ। ਸਪਾਈਸ ਮਨੀ ਇੱਕ ਟੈਲੀਕਾਮ ਦੀ ਕੰਪਨੀ ਹੈ, ਅਤੇ ਸਪਾਈਸ ਮਨੀ ਦਾ ਬ੍ਰਾਂਡ ਅੰਬੈਸਡਰ ਕੌਣ ਬਣਿਆ? ਸਪਾਈਸ ਮਨੀ ਦਾ ਬ੍ਰਾਂਡ ਅੰਬੈਸਡਰ ਬਣਿਆ ਸੋਨੂ ਸੂਦ, ਬਾਲੀਵੁੱਡ ਦੇ ਐਕਟਰ ਸੋਨੂ ਸੂਦ। ਇੱਕ ਇਲੈਕਟ੍ਰੋਨਿਕਸ ਦੀ ਕੰਪਨੀ ਹੈ ਏਸਰ, ਇਹਨਾਂ ਦੇ ਬ੍ਰਾਂਡ ਅੰਬੈਸਡਰ ਵੀ ਸੋਨੂ ਸੂਦ ਹੀ ਹੈ, ਅਤੇ ਸਪਾਈਸ ਮਨੀ ਦੇ ਐਤਕੀ ਸੋਨੂ ਸੂਦ ਬਣੇ ਨੇ। ਕਲਾਸ ਪਲੱਸ ਇੱਕ ਐਜੂਕੇਸ਼ਨਲ ਪਲੇਟਫਾਰਮ ਹੈ, ਇਹਨਾਂ ਦੇ ਬ੍ਰਾਂਡ ਅੰਬੈਸਡਰ ਕੌਣ ਬਣੇ ਹੈ? ਕਲਾਸ ਪਲੱਸ ਦੇ ਬ੍ਰਾਂਡ ਅੰਬੈਸਡਰ ਬਣੇ ਹੈ ਸੌਰਵ ਗਾਂਗੁਲੀ। ਸੌਰਵ ਗਾਂਗੁਲੀ ਜੋ BCCI ਦੇ ਪ੍ਰੈਜ਼ੀਡੈਂਟ ਨੇ, ਇਹ ਕਲਾਸ ਪਲੱਸ ਦੇ ਬ੍ਰਾਂਡ ਅੰਬੈਸਡਰ ਬਣੇ ਨੇ। ਜੋ ਗਵਰਨਮੈਂਟ ਹੈ ਉਹ ਇੱਕ ਮਿਸ਼ਨ ਚਲਾ ਰਹੀ ਹੈ ਜਿਹਦੇ ਵਿੱਚ ਉਹ ਇੱਕ ਆਪਣੇ ਜੋ ਇੰਡੀਆ ਦੇ ਕੁਆਲਿਟੀ ਗੁੱਡਸ ਹੈ ਇਹਨਾਂ ਨੂੰ ਪ੍ਰਮੋਟ ਕਰਿਆ ਕਰੇਗੀ। ਸੋ ਇਹ ਕਿਹੜਾ ਮਿਸ਼ਨ ਹੈ ਆਪਣੀ ਜੋ ਸੈਂਟਰਲ ਗਵਰਨਮੈਂਟ ਹੈ ਉਹਦਾ? ਇਹ ਮਿਸ਼ਨ ਦਾ ਨਾਮ ਹੈ ਬ੍ਰਾਂਡ ਇੰਡੀਆ। ਬ੍ਰਾਂਡ ਇੰਡੀਆ ਦੇ ਵਿੱਚ ਜੋ ਆਪਣੀ ਗਵਰਨਮੈਂਟ ਹੈ ਉਹ ਇੰਡੀਆ ਦੇ ਕੁਆਲਿਟੀ ਪ੍ਰੋਡਕਟਸ ਨੂੰ ਪ੍ਰਮੋਟ ਕਰੇਗੀ। ਇੱਕ ਵਾਈਟ ਪੇਪਰ ਇਸ਼ੂ ਹੋਇਆ ਵਿਜ਼ਨ 2035 ਪਬਲਿਕ ਹੈਲਥ ਸਰਵੇਲੈਂਸ ਇਨ ਇੰਡੀਆ। ਇਹ ਕਿਹਨੇ ਇਸ਼ੂ ਕੀਤਾ? ਇਹ ਇਸ਼ੂ ਕੀਤਾ ਨੀਤੀ ਆਯੋਗ ਨੇ, ਜਿਹਦੇ ਚੇਅਰਮੈਨ ਹੈਗੇ ਨੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ। ਹਿਊਮਨ ਡਿਵੈਲਪਮੈਂਟ ਇੰਡੈਕਸ 2020 ਦੇ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਇੰਡੀਆ ਦਾ ਕੀ ਰੈਂਕ ਹੈ?
ਇੰਡੀਆ ਦਾ ਰੈਂਕ ਹੈ 131 ਤੇ ਫਸਟ ਕੌਣ ਆਇਆ ਇਹਦੇ ਵਿੱਚ? ਫਸਟ ਤੇ ਹੈ ਨਾਰਵੇ। ਕਿਹੜਾ ਪੇਮੈਂਟ ਬੈਂਕ ਹੈ ਜਿਹਨੇ ਇੱਕ ਡਿਜੀਟਲ ਪੇਮੈਂਟ ਸਰਵਿਸ ਸ਼ੁਰੂ ਕੀਤੀ ਹੈ ਜਿਹਦਾ ਨਾਮ ਹੈ ਡਾਕ ਪੇ ਜੋ ਸਰਵਿਸ ਹੈ ਇਹ ਸ਼ੁਰੂ ਕੀਤੀ ਹੈ ਇੰਡੀਅਨ ਪੋਸਟ ਪੇਮੈਂਟ ਬੈਂਕ ਨੇ। ਇੰਡੀਅਨ ਪੋਸਟ ਪੇਮੈਂਟ ਬੈਂਕ ਨੇ ਡਾਕ ਪੇ ਦੀ ਸਰਵਿਸਿਜ਼ ਸ਼ੁਰੂ ਕੀਤੀ ਹੈ। ICC ਦੇ ਵੂਮਨ ਵਰਲਡ ਕੱਪ ਜਿਹੜਾ 2022 ਦੇ ਵਿੱਚ ਹੋਊਗਾ ਉਹ ਕਿਹੜੀ ਕੰਟਰੀ ਵਿੱਚ ਹੋਊਗਾ, ਮਤਲਬ ਕਿਹੜੀ ਕੰਟਰੀ ਹੋਸਟ ਕਰੂਗੀ? ਇਹ ਕਰੂਗੀ ਜੀ ਨਿਊਜ਼ੀਲੈਂਡ। ਵੈਲਿੰਗਟਨ ਨਿਊਜ਼ੀਲੈਂਡ ਦੀ ਕੈਪੀਟਲ ਹੈ। ਦ ਪ੍ਰੈਜ਼ੀਡੈਂਸ਼ੀਅਲ ਈਅਰ ਜੋ ਰੀਸੈਂਟਲੀ ਹੁਣ ਨਿਊਜ਼ ਵਿੱਚ ਵੀ ਸੀ, ਇਹ ਕਿਹੜੇ ਇੰਡੀਅਨ ਪ੍ਰੈਜ਼ੀਡੈਂਟ ਦੀ ਯਾਦ ਵਿੱਚ ਇਸ਼ੂ ਹੋਈ ਹੈ? ਇਹ ਹੋਈ ਹੈ ਜੀ ਆਪਣੇ ਪ੍ਰਣਬ ਮੁਖਰਜੀ ਦੇ ਯਾਦ ਵਿੱਚ ਇਹ ਇਸ਼ੂ ਹੋਈ ਹੈ ਦ ਪ੍ਰੈਜ਼ੀਡੈਂਸ਼ੀਅਲ ਈਅਰਸ। ਮਲਾਨਾ ਕਰੀਮ ਇਹ ਇੱਕ ਟਾਈਪ ਦਾ ਚਰਸ ਹੈ। ਇਹ ਕਿਹੜੀ ਸਟੇਟ ਨਾਲ ਐਸੋਸੀਏਟ ਰੱਖਦਾ ਹੈ? ਇਹ ਰੱਖਦਾ ਜੀ ਹਿਮਾਚਲ ਪ੍ਰਦੇਸ਼ ਨਾਲ। ਇਹ ਜੋ ਹਿਮਾਚਲ ਪ੍ਰਦੇਸ਼ ਵਿੱਚ ਕੁੱਲੂ ਡਿਸਟ੍ਰਿਕਟ ਹੈ ਉੱਥੇ ਪਾਇਆ ਜਾਂਦਾ ਜ਼ਿਆਦਾ। ਜੋ ਯੂਨੀਅਨ ਮਿਨਿਸਟਰੀ ਹੈ ਇਹਨਾਂ ਨੇ ਇੱਕ ਇੰਟਰਨੈਸ਼ਨਲ ਕਨਵੈਨਸ਼ਨ ਚਲਾਈ ਹੈ ਕਿਸ ਤੇ? ਐਸੋਸੀਏਸ਼ਨ ਆਫ ਬੁੱਧਿਸਟ ਟੂਰ ਆਪਰੇਟਰਸ ਤੇ। ਮਤਲਬ ਕਿ ਜੋ ਬੁੱਧਿਸਟ ਸਾਈਟਸ ਨੇ ਇੰਡੀਆ 'ਚ ਕਾਫੀ ਨੇ, ਜਿਵੇਂ ਸਾਰਨਾਥ ਹੈ, ਕੁਸ਼ੀਨਗਰ ਹੈ, ਬੋਧ ਗਿਆਨ ਹੈ, ਇਹਨਾਂ ਸਾਰਿਆਂ ਨੂੰ ਮਤਲਬ ਕਨੈਕਟ ਕਰਨਗੇ, ਇੱਕ ਬੁੱਧਿਜ਼ਮ ਦਾ ਇੱਕ ਰੂਟ ਬਣਾਉਣਗੇ, ਮਤਲਬ ਇੱਕ ਦੂਸਰੇ ਨਾਲ ਕਨੈਕਟ ਕਰਨਗੇ। ਇਹ ਕਿਹੜੀ ਮਿਨਿਸਟਰੀ ਨੇ ਕੀਤਾ? ਇਹ ਕੀਤਾ ਜੀ ਮਿਨਿਸਟਰੀ ਆਫ ਟੂਰਿਜ਼ਮ ਨੇ। ਸ਼ਕਤੀ ਬਿੱਲ ਇਹ ਕਿਹਨੇ ਪਾਸ ਕੀਤਾ ਹੈ? ਇਹ ਕਿਸ ਲਈ ਹੈ? ਜੋ ਵੂਮਨਸ ਦੇ ਖਿਲਾਫ ਕ੍ਰਾਈਮ ਹੁੰਦਾ ਹੈ ਉਹਦੇ ਖਿਲਾਫ ਇਹ ਸ਼ਕਤੀ ਬਿੱਲ ਪਾਸ ਹੋਇਆ ਹੈ, ਮਤਲਬ ਵੂਮੈਨ ਨੂੰ ਸਟਰੈਂਥਨ ਕਰਨ ਲਈ ਇਹ ਪਾਸ ਕੀਤਾ ਜੀ ਮਹਾਰਾਸ਼ਟਰ ਨੇ। ਅਤੇ ਕੁਛ ਟਾਈਮ ਪਹਿਲਾਂ ਇਹਦੇ ਵਰਗਾ ਹੀ ਇੱਕ ਬਿੱਲ ਪਾਸ ਹੋਇਆ ਸੀ ਜਿਹਦਾ ਨਾਮ ਸੀ ਦਿਸ਼ਾ ਬਿੱਲ। ਇਹ ਪਾਸ ਕੀਤਾ ਸੀ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ। ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਦਿਸ਼ਾ ਬਿੱਲ ਪਾਸ ਕੀਤਾ ਸੀ ਅਤੇ ਸ਼ਕਤੀ ਬਿੱਲ ਪਾਸ ਕੀਤਾ ਮਹਾਰਾਸ਼ਟਰ ਦੀ ਸਰਕਾਰ ਨੇ। ਜੋ ਰਿਜ਼ਰਵ ਬੈਂਕ ਹੈ ਇੰਡੀਆ ਦਾ, ਇਹਨੇ ਆਟੋਮੇਟਿਡ ਬੈਂਕ ਨੋਟ ਪ੍ਰੋਸੈਸਿੰਗ ਸੈਂਟਰ ਕਿੱਥੇ ਬਣਾਇਆ ਹੈ ਇੰਡੀਆ ਦਾ? RBI ਨੇ ABPC ਆਟੋਮੇਟਿਡ ਬੈਂਕ ਨੋਟ ਪ੍ਰੋਸੈਸਿੰਗ ਸੈਂਟਰ ਕਿੱਥੇ ਬਣਾਇਆ ਹੈ? ਇਹ ਬਣਾਇਆ ਜੀ ਆਪਣੀ ਪਿੰਕ ਸਿਟੀ ਵਿੱਚ ਜੋ ਹੈ ਜੈਪੁਰ। ਅਤੇ ਜੈਪੁਰ ਦੇ ਵਿੱਚ ਹੀ ਆਪਣਾ ਇੰਡੀਆ ਦਾ ਫਸਟ ਔਰਗਨ ਡੋਨਰ ਮੈਮੋਰੀਅਲ ਵੀ ਬਣਿਆ। ਕਿਹੜੀ ਸਟੇਟ ਨੇ ਮਹਾਸ਼ਰਦ ਡਿਜੀਟਲ ਪਲੇਟਫਾਰਮ ਲਾਂਚ ਕੀਤਾ ਹੈ? ਮਹਾਸ਼ਰਦ ਡਿਜੀਟਲ ਪਲੇਟਫਾਰਮ ਇਹ ਪਲੇਟਫਾਰਮ ਦਿਵਿਆਂਗ ਬੰਦਿਆਂ ਲਈ ਹੈ ਅਤੇ ਇਹ ਸ਼ੁਰੂ ਕੀਤਾ ਮਹਾਰਾਸ਼ਟਰ ਦੀ ਸਰਕਾਰ ਨੇ। 26 ਮਾਰਚ 2021 ਨੂੰ ਇੱਕ ਸਵਾਧੀਨਤਾ ਸੜਕ ਸ਼ੁਰੂ ਹੋਊਗੀ ਇੰਡੀਆ ਅਤੇ ਕਿਹੜੀ ਕੰਟਰੀ ਦੇ ਵਿੱਚ? ਇਹ ਸ਼ੁਰੂ ਹੋਊਗੀ ਜੀ ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚ। 26 ਮਾਰਚ 2021 ਨੂੰ ਇਹ ਸੜਕ ਸ਼ੁਰੂ ਹੋ ਜੂਗੀ। ਕਿਹੜੀ ਕੰਟਰੀ ਹੈ ਜਿਹਨੇ ਅੰਗਾਰਾ A5 ਹੈਵੀ ਲਿਫਟ ਸਪੇਸ ਰੋਕੇਟ ਨੂੰ ਲਾਂਚ ਕੀਤਾ ਹੈ? ਨਾਮ ਯਾਦ ਰੱਖਣਾ ਇਹਦਾ, ਅੰਗਾਰਾ A5 ਹੈਵੀ ਲਿਫਟ ਸਪੇਸ ਰੋਕੇਟ। ਇਹ ਲਾਂਚ ਕੀਤਾ ਜੀ ਆਰਗੇਨਾਈਜੇਸ਼ਨ ਨੇ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਨਾਮ 'ਤੇ ਇੱਕ ਪ੍ਰਾਈਜ਼ ਸ਼ੁਰੂ ਕੀਤਾ। ਇਹ ਸ਼ੁਰੂ ਕੀਤਾ ਜੀ ਯੂਨੈਸਕੋ ਨੇ। ਜੋ ਸ਼ੇਖ ਮੁਜੀਬੁਰ ਰਹਿਮਾਨ ਹੈ ਇਹ ਜੋ ਆਪਣੇ ਕਰੰਟ ਪ੍ਰਾਈਮ ਮਿਨਿਸਟਰ ਨੇ ਬੰਗਲਾਦੇਸ਼ ਦੇ ਸ਼ੇਖ ਹਸੀਨਾ, ਉਹਨਾਂ ਦੇ ਫਾਦਰ ਨੇ। ਇਹਨਾਂ ਨੂੰ ਫਾਊਂਡਰ ਆਫ ਉਹ ਵੀ ਕਿਹਾ ਜਾਂਦਾ ਬੰਗਲਾਦੇਸ਼, ਫਾਊਂਡਰ ਆਫ ਬੰਗਲਾਦੇਸ਼ ਵੀ ਕਿਹਾ ਜਾਂਦਾ ਇਹਨਾਂ ਨੂੰ। ਅਤੇ ਇਹਨਾਂ ਦੀ ਅਵਾਮੀ ਲੀਗ ਪਾਰਟੀ ਸੀ ਜੋ ਸ਼ੇਖ ਹਸੀਨਾ ਦੀ ਵੀ ਹੁਣ ਹੈਗੀ ਹੈ ਅਵਾਮੀ ਲੀਗ, ਉਹ ਇਹਨਾਂ ਨੇ ਹੀ ਬਣਾਈ ਹੈ। ਅਤੇ ਜੋ ਸ਼ੇਖ ਮੁਜੀਬੁਰ ਰਹਿਮਾਨ ਹੈ ਇਹਨਾਂ ਨੂੰ ਪਿਆਰ ਨਾਲ ਬੰਗਬੰਧੂ ਵੀ ਉੱਥੇ ਕਿਹਾ ਜਾਂਦਾ ਸੀ। ਕਿਹੜੀ ਕੰਪਨੀ ਆਪਣਾ ਨਾਮ ਚੇਂਜ ਕਰਕੇ ਇੰਡਸ ਸਟਾਰ ਰੱਖੇਗੀ? ਇੰਡਸ ਸਟਾਰ ਰੱਖੇਗੀ ਭਾਰਤੀ ਇਨਫਰਾਟੈਲ। ਭਾਰਤੀ ਇਨਫਰਾਟੈਲ ਹੁਣ ਆਪਣਾ ਨਾਮ ਰੀਚੇਂਜ ਕਰੇਗੀ ਇੰਡਸ ਸਟਾਰ। ਕਿਹੜੀ ਸਟੇਟ ਹੈ ਜਿਹਨੇ ਜਗਨੰਨਾ ਜੀਵਨ ਕ੍ਰਾਂਤੀ ਸਕੀਮ ਸ਼ੁਰੂ ਕੀਤੀ ਹੈ? ਇਹਦੇ ਵਿੱਚ ਕੀ ਹੋਏਗਾ, ਜੋ ST SC ਜਾਂ ਫਿਰ ਹੋਰ ਮਾਈਨੋਰਿਟੀਜ਼ ਨੇ
ਉਹਨਾਂ ਨੂੰ 75,000 ਰੁਪੀਜ਼ ਦਿੱਤੇ ਜਾਣਗੇ ਤਾਂ ਕਿ ਉਹ ਆਪਣੀ ਭੇਡ ਬੱਕਰੀਆਂ ਇਹਦੇ ਨਾਲ ਖਰੀਦ ਸਕਣ। ਇਹ ਸ਼ੁਰੂ ਕੀਤੀ ਹੈ ਜੀ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ। ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਹੈ। ਡਾਬਰ ਚਵਨਪ੍ਰਾਸ਼ ਨੇ ਆਪਣਾ ਬ੍ਰਾਂਡ ਅੰਬੈਸਡਰ ਕਿਹਨੂੰ ਚੁਣਿਆ ਹੈ? ਡਾਬਰ ਇੱਕ ਕੰਪਨੀ ਹੈ ਜਿਹਦੇ ਕਾਫੀ ਪ੍ਰੋਡਕਟਸ ਆਉਂਦੇ ਹੈ, ਸ਼ਹਿਦ ਵੀ ਆਉਂਦਾ ਹੈ, ਚਵਨਪ੍ਰਾਸ਼ ਵੀ ਆਉਂਦਾ ਹੈ। ਸੋ ਚਵਨਪ੍ਰਾਸ਼ ਦਾ ਜੋ ਬ੍ਰਾਂਡ ਅੰਬੈਸਡਰ ਹੈ ਉਹ ਐਤਕੀ ਬਣਾਏ ਗਏ ਨੇ ਅਕਸ਼ੇ ਕੁਮਾਰ ਨੂੰ। ਅਕਸ਼ੇ ਕੁਮਾਰ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਡਾਬਰ ਚਵਨਪ੍ਰਾਸ਼ ਦਾ। ਗੌਰਵ ਆਲੂਵਾਲੀਆ ਨੂੰ ਕਿਹੜੀ ਕੰਟਰੀ ਦਾ ਅੰਬੈਸਡਰ ਬਣਾਇਆ ਗਿਆ ਇੰਡੀਆ ਵੱਲੋਂ? ਸੋ ਗੌਰਵ ਆਲੂਵਾਲੀ ਬਣੇ ਨੇ ਅਲਜੀਰੀਆ ਦੇ ਅੰਬੈਸਡਰ। ਆਪਣੇ ਪਾਕਿਸਤਾਨ ਦੇ ਵਿੱਚ ਅੰਬੈਸਡਰ ਕੌਣ ਨੇ? ਇਹ ਨੇ ਸੁਰੇਸ਼ ਕੁਮਾਰ। ਅਤੇ ਪਾਕਿਸਤਾਨ ਦੇ ਵਿੱਚ ਪਹਿਲਾਂ ਸੀਗੇ ਅਜੇ ਬਸਰੀਆ, ਹੁਣ ਬਣ ਗਏ ਨੇ ਸੁਰੇਸ਼ ਕੁਮਾਰ। ਸੋ ਅਜੇ ਬਸਰੀਆ ਹੁਣ ਪਾਕਿਸਤਾਨ ਤੋਂ ਸ਼ਿਫਟ ਹੋ ਗਏ, ਇਹ ਚਲੇ ਗਏ ਨੇ ਕੈਨੇਡਾ। ਸੋ ਇੰਡੀਆ ਦੇ ਕੈਨੇਡਾ ਦੇ ਵਿੱਚ ਅੰਬੈਸਡਰ ਕੌਣ ਨੇ? ਅਜੇ ਬਸਰੀਆ। ਇੰਡੀਆ ਦਾ ਜੋ 5th ਵਾਟਰ ਇੰਪੈਕਟ ਸਬਮਿਟ ਹੋਇਆ 10 ਦਸੰਬਰ ਨੂੰ ਹੋਇਆ ਸੀ, ਇਹ ਕਿਹਨੇ ਔਰਗੇਨਾਈਜ਼ ਕੀਤਾ ਸੀ? ਇਹ ਔਰਗੇਨਾਈਜ਼ ਕੀਤਾ ਸੀ NMCG, ਜਿਹਦੀ ਫੁੱਲ ਫਾਰਮ ਹੈ ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ। ਨੈਸ਼ਨਲ ਮਿਸ਼ਨ ਫॉर ਕਲੀਨ ਗੰਗਾ ਇਹਨੇ ਔਰਗੇਨਾਈਜ਼ ਕੀਤਾ ਸੀ 5ਵਾਂ ਵਾਟਰ ਇੰਪੈਕਟ ਸਬਮਿਟ ਜੋ 10 ਦਸੰਬਰ ਨੂੰ ਹੋਇਆ ਸੀ। ਅਰਬਨ ਗਵਰਨੈਂਸ ਇੰਡੈਕਸ 2020 ਦਾ ਅਰਬਨ ਗਵਰਨੈਂਸ ਇੰਡੈਕਸ ਦੇ ਵਿੱਚ ਟੌਪ ਕਿਹਨੇ ਕੀਤਾ? ਇਹ ਟੌਪ ਕੀਤਾ ਜੀ ਉੜੀਸਾ ਨੇ। ਅਤੇ ਨਾਗਾਲੈਂਡ ਇਹਦੀ ਵਰਸਟ ਪਰਫੋਰਮੈਂਸ ਸੀ। ਨਾਗਾਲੈਂਡ ਦੀ ਵਰਸਟ ਪਰਫੋਰਮੈਂਸ ਸੀ। ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਦੇ ਹਿਸਾਬ ਨਾਲ ਜੋ 2023 ਦੇ ਵਿੱਚ ਮੈਨ ਹਾਕੀ ਵਰਲਡ ਕੱਪ ਹੋਊਗਾ, ਉਹ ਇੰਡੀਆ ਦੀ ਕਿਹੜੀ ਸਟੇਟ ਹੋਸਟ ਕਰੇਗੀ? ਉਹ ਕਰੇਗੀ ਜੀ ਉੜੀਸਾ। 2 ਥਾਵਾਂ 'ਤੇ ਹੋਊਗਾ ਇਹ, ਇੱਕ ਤਾਂ ਰੌਰਕੇਲਾ ਦੇ ਵਿੱਚ ਜਿੱਥੇ ਬੀਜੂ ਪਟਨਾਇਕ ਸਟੇਡੀਅਮ ਹੈ, ਅਤੇ ਇੱਕ ਹੋਊਗਾ ਭੁਵਨੇਸ਼ਵਰ ਦੇ ਵਿੱਚ ਜਿੱਥੇ ਕਲਿੰਗਾ ਸਟੇਡੀਅਮ ਹੈ। ਇਸ 2 ਥਾਵਾਂ 'ਤੇ ਮੈਨਸ ਹਾਕੀ ਵਰਲਡ ਕੱਪ ਹੋਊਗਾ 2023 ਦਾ। ਅਤੇ 2022 ਦਾ ਵੂਮਨ ਵਰਲਡ ਕੱਪ ਕਿੱਥੇ ਹੋਊਗਾ? ਇਹ ਹੋਊਗਾ ਸਪੇਨ ਅਤੇ ਨੀਦਰਲੈਂਡ ਦੇ ਵਿੱਚ। ਸਪੇਨ ਅਤੇ ਨੀਦਰਲੈਂਡ ਦੇ ਵਿੱਚ 2022 ਦਾ ਵੂਮਨ ਹਾਕੀ ਵਰਲਡ ਕੱਪ ਹੋਊਗਾ। ਐਗਰੀਕਲਚਰਲ ਸਪੋਰਟ ਮਾਰਕੀਟ ਪਲੇਟਫਾਰਮ ਕਿਹੜਾ ਹੈ ਜੋ ਹੁਣੀ ਬੰਬੇ ਸਟਾਕ ਐਕਸਚੇਂਜ ਨੇ ਲਾਂਚ ਕੀਤਾ ਹੈ? ਇਹਦਾ ਨਾਮ ਹੈ ਜੀ ਬੀਮ। ਫਸਟ ਨਾਨ ਇੰਡੀਅਨ ਕੌਣ ਨੇ ਜਿਨ੍ਹਾਂ ਨੂੰ ਰਾਮਾਨੁਜਨ ਪ੍ਰਾਈਜ਼ ਮਿਲਿਆ? ਹਾਲੇ ਤੱਕ ਤਾਂ ਰਾਮਾਨੁਜਨ ਪ੍ਰਾਈਜ਼ ਹਰੇਕ ਇੰਡੀਅਨ ਨੂੰ ਮਿਲਦਾ ਰਿਹਾ। ਸੋ ਇਹ ਫਸਟ ਨਾਨ ਇੰਡੀਅਨ ਨੇ ਜਿਨ੍ਹਾਂ ਨੂੰ ਰਾਮਾਨੁਜਨ ਪ੍ਰਾਈਜ਼ ਮਿਲਿਆ। ਇਹ ਨੇ ਕਾਰੋਲੀਨਾ ਅਰਾਊਜ਼ੋ ਅਤੇ ਇਹ ਬ੍ਰਾਜ਼ੀਲ ਦੇ ਨੇ। ਜੋ ਰਾਮਾਨੁਜਨ ਪ੍ਰਾਈਜ਼ ਹੈ ਇਹਨੂੰ ਆਪਾਂ ਸਸ਼ਸਤਰ ਰਾਮਾਨੁਜਨ ਪ੍ਰਾਈਜ਼ ਦੇ ਨਾਲ ਕਨਫਿਊਜ਼ ਨਹੀਂ ਕਰਨਾ। ਇਹ ਅਲੱਗ ਹੈ ਅਤੇ ਸਸ਼ਸਤਰ ਵਾਲਾ ਅਲੱਗ ਹੈ। ਦੋਨੋਂ ਮਿਲਦੇ ਮੈਥਮੈਟਿਕਸ ਲਈ ਹੈ ਲੇਕਿਨ ਦੋਨੋਂ ਅਲੱਗ ਅਲੱਗ ਹੈ। ਟਾਈਮ ਮੈਗਜ਼ੀਨਸ ਦੇ ਅਨੁਸਾਰ 2020 ਦੇ ਵਿੱਚ ਪਰਸਨ ਆਫ ਦੀ ਈਅਰ ਕਿਹਨੂੰ ਮਿਲਿਆ? ਇਹ ਮਿਲਿਆ ਜੋ ਬਾਈਡਨ ਅਤੇ ਕਮਲਾ ਹੈਰਿਸਨ ਨੂੰ। ਫਿੱਕੀ ਇੰਡੀਆ ਦੁਆਰਾ ਸਪੋਰਟਸ ਪਰਸਨ ਆਫ ਦੀ ਈਅਰ ਅਵਾਰਡ ਕਿਹਨੂੰ ਮਿਲਿਆ? ਇਹ ਮਿਲਿਆ ਜੀ ਬਜਰੰਗ ਪੁਨੀਆ ਨੂੰ ਅਤੇ ਵੈਲਾਵਿਰਨ ਨੂੰ। ਜੋ ਇਹ ਐਲਾਵਿਲਨ ਨੇ ਇਹ ਸ਼ੂਟਰ ਨੇ ਅਤੇ ਬਜਰੰਗ ਪੁਨੀਆ ਰੈਸਲਰ ਨੇ। ਅਤੇ ਕੋਚ ਆਫ ਦ ਈਅਰ ਮਿਲਿਆ ਇੱਕ ਐਥਲੈਟਿਕਸ ਦੇ ਕੋਚ ਨੇ ਜਿਨ੍ਹਾਂ ਦਾ ਨਾਮ ਹੈ ਰਾਧਾ ਕ੍ਰਿਸ਼ਨ ਨਾਇਰ। ਰਾਧਾ ਕ੍ਰਿਸ਼ਨ ਨਾਇਰ ਇਹਨਾਂ ਨੂੰ ਐਥਲੈਟਿਕਸ ਦੇ ਕੋਚ ਨੇ, ਇਹਨਾਂ ਨੂੰ ਕੋਚ ਆਫ ਦ ਈਅਰ ਦਾ ਅਵਾਰਡ ਮਿਲਿਆ। CMS-01 ਇਹ ਕਮਿਊਨੀਕੇਸ਼ਨ ਸੈਟੇਲਾਈਟ ਹੈ, ਇਹ ਕਿਹੜੀ ਕੰਟਰੀ ਦੀ ਹੈ? ਇਹ ਜੀ ਆਪਣੇ ਇੰਡੀਆ ਦੀ ਕਮਿਊਨੀਕੇਸ਼ਨ ਦੀ ਸੈਟੇਲਾਈਟ ਹੈ CMS-01। ਇਹ PSLV C50 ਤੋਂ ਲਾਂਚ ਹੋਈ ਸੀ। PSLV C50 ਤੋਂ ਲਾਂਚ ਹੋਈ ਸੀ CMS-01 ਜੋ ਆਪਣੇ ਇੰਡੀਆ ਦੀ ਕਮਿਊਨੀਕੇਸ਼ਨ ਸੈਟੇਲਾਈਟ ਹੈ।
ਐਕਸਪੋਰਟ ਇੰਪੋਰਟ ਬੈਂਕ ਆਫ ਇੰਡੀਆ, ਜਿਹਨੂੰ ਆਪਾਂ ਐਗਜ਼ਿਮ ਬੈਂਕ ਵੀ ਕਹਿੰਦੇ ਆ, ਇਹਨਾਂ ਨੇ 448 ਮਿਲੀਅਨ ਡਾਲਰਸ ਦਾ ਇੱਕ ਲੋਨ ਦਿੱਤਾ ਹੈ ਇਨਫਰਾਸਟ੍ਰਕਚਰ ਪ੍ਰੋਜੈਕਟਸ ਲਈ। ਇਹ ਕਿਹੜੀ ਕੰਟਰੀ ਨੇ ਦਿੱਤਾ ਹੈ? ਇਹ ਦਿੱਤਾ ਹੈ ਉਜ਼ਬੇਕਿਸਤਾਨ ਨੂੰ, ਸੈਂਟਰਲ ਏਸ਼ੀਅਨ ਕੰਟਰੀ ਉਜ਼ਬੇਕਿਸਤਾਨ। ਇਹਦੀ ਕੈਪੀਟਲ ਹੈ ਤਸ਼ਕੰਤ, ਤਸ਼ਕੰਤ ਦੀ ਕੈਪੀਟਲ ਹੈ, ਤੇ ਇਹਦੀ ਕਰੰਸੀ ਹੈ ਸੋਮ। ਫੋਰਬਸ 2020 ਦੀ ਲਿਸਟ ਦੇ ਅਨੁਸਾਰ ਮੋਸਟ ਪਾਵਰਫੁਲ ਵੂਮਨ ਕਿਹਨੂੰ ਮੰਨਿਆ ਗਿਆ? ਮੋਸਟ ਪਾਵਰਫੁਲ ਵੂਮਨ ਮੰਨਿਆ ਗਿਆ ਐਂਜਲੀਨਾ ਮਾਰਕਲ ਨੂੰ। ਐਂਜਲੀਨਾ ਮਾਰਕਲ ਇਹ ਜਰਮਨੀ ਦੀ ਚਾਂਸਲਰ ਨੇ, ਜਰਮਨੀ ਦੀ ਚਾਂਸਲਰ ਹੈ ਐਂਜਲੀਨਾ ਮਾਰਕਲ, ਤੇ ਇਹ ਪਹਿਲਾਂ ਵੀ ਕਾਫੀ ਸਾਲ ਫਸਟ ਨੰਬਰ 'ਤੇ ਰਹੀ ਹੈ ਫੋਰਬਸ ਦੀ ਲਿਸਟ ਦੇ ਵਿੱਚ। ਅਗਰ ਉਹ ਪੁੱਛਣ ਵੀ ਇੰਡੀਆ ਦੇ ਵਿੱਚ ਜੋ ਫੋਰਬਸ ਦੀ ਲਿਸਟ ਹੈ ਉਹਦੇ ਵਿੱਚ ਫਸਟ ਇੰਡੀਅਨ ਕੌਣ ਹੈ, ਵੀ ਜੋ ਮੋਸਟ ਪਾਵਰਫੁਲ ਵੂਮਨ ਇੰਡੀਅਨ ਕੌਣ ਹੈ, ਸੋ ਇਹਦੇ ਵਿੱਚ ਨਾਮ ਆਊਗਾ ਆਪਣੀ ਜੋ ਫਾਈਨੈਂਸ ਮਿਨਿਸਟਰ ਹੈ ਨਿਰਮਲਾ ਸੀਤਾਰਮਨ ਦਾ, ਨਿਰਮਲਾ ਸੀਤਾਰਮਨ ਦਾ। ਅਨਿੰਦਿਆ ਬੈਨਰਜੀ ਇੰਡੀਆ ਵੱਲੋਂ ਕਿਹੜੀ ਕੰਟਰੀ ਦੇ ਅੰਬੈਸਡਰ ਬਣਨਗੇ? ਇਹ ਬਣਨਗੇ ਜੀ ਨਾਰਥ ਕੋਰੀਆ ਦੇ, ਨਾਰਥ ਕੋਰੀਆ ਦੇ ਅੰਬੈਸਡਰ ਬਣਨਗੇ। ਕਿਹੜੀ ਸਟੇਟ ਨੇ ਨੈਸ਼ਨਲ ਸੈਂਟਰ ਫॉर ਦਿਵਿਆਂਗ ਇੰਪਾਵਰਮੈਂਟ ਸ਼ੁਰੂ ਕੀਤਾ ਹੈ? ਦਿਵਿਆਂਗਸ ਨੂੰ ਇੰਪਾਵਰ ਕਰਨ ਲਈ ਇਹ ਸੈਂਟਰ ਬਣਾਇਆ ਗਿਆ। ਕਿਹੜੀ ਸਟੇਟ ਨੇ ਸ਼ੁਰੂ ਕੀਤਾ ਹੈ? ਇਹ ਸ਼ੁਰੂ ਕੀਤਾ ਹੈ ਜੀ ਤੇਲੰਗਾਨਾ ਨੇ। ਨਿਤਿਨ ਗਡਕਰੀ ਜੋ ਆਪਣੇ ਇੱਕ ਯੂਨੀਅਨ ਮਿਨਿਸਟਰ ਨੇ, ਇਹਨਾਂ ਨੇ 1.5 ਕਿਲੋਮੀਟਰ ਲੰਬਾ ਇੱਕ 3 ਲਾਈਨ ਬ੍ਰਿਜ ਬਣਾਇਆ ਹੈ ਬਿਹਾਰ ਦੇ ਵਿੱਚ। ਇਹ ਕਿਹੜੀ ਰਿਵਰ ਦੇ ਉੱਪਰ ਬਣਾਇਆ ਹੈ? ਇਹ ਬਣਾਇਆ ਜੀ ਸੋਨ ਰਿਵਰ ਦੇ ਉੱਪਰ, ਸੋਨ ਰਿਵਰ ਦੇ ਉੱਪਰ। ਇਹ ਟ੍ਰਿਬਿਊਟਰੀ ਹੈ ਗੰਗਾ ਰਿਵਰ ਦੀ, ਅੱਗੇ ਜਾ ਕੇ ਇਹ ਗੰਗਾ ਵਿੱਚ ਮਿਲ ਜਾਂਦੀ ਹੈ। ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਫਸਟ ਵਾਰ 2020 'ਚ ਪਹਿਲੀ ਵਾਰ ਇੰਟਰਨੈਸ਼ਨਲ ਡੇ ਆਫ ਐਪੀਡੈਮਿਕ ਪ੍ਰੈਪਰੇਡਨੈਸ ਓਬਜ਼ਰਵ ਕੀਤਾ ਹੈ। ਇਹ ਕਿਹੜੀ ਡੇਟ ਨੂੰ ਓਬਜ਼ਰਵ ਕੀਤਾ ਜਾਊਗਾ? ਇਹ ਓਬਜ਼ਰਵ ਕੀਤਾ ਜਾਊਗਾ 27 ਦਸੰਬਰ ਨੂੰ, 27 ਦਸੰਬਰ ਨੂੰ। ਨਾਲੇ ਇਸ ਤੋਂ ਪਹਿਲਾਂ ਇਹ ਕਦੇ ਵੀ ਓਬਜ਼ਰਵ ਨਹੀਂ ਕੀਤਾ ਗਿਆ, ਇਹ ਫਸਟ ਟਾਈਮ ਹੈ ਜਦੋਂ 27 ਦਸੰਬਰ ਨੂੰ ਇੰਟਰਨੈਸ਼ਨਲ ਡੇ ਆਫ ਐਪੀਡੈਮਿਕ ਪ੍ਰਪੇਅਰਡਨੈਸ ਓਬਜ਼ਰਵ ਕੀਤਾ ਗਿਆ। ਯੂਨੀਅਨ ਕੈਬਨਿਟ ਨੇ ਅਪਰੂਵ ਕੀਤਾ ਵੀ ਪਬਲਿਕ ਵਾਈਫਾਈ ਨੈਟਵਰਕ ਲਗਾਏ ਜਾਣਗੇ ਪੂਰੀ ਕੰਟਰੀ ਦੇ ਵਿੱਚ। ਇਸ ਇਨੀਸ਼ੀਏਟਿਵ ਨੂੰ ਕੀ ਨਾਮ ਦਿੱਤਾ ਹੈ? ਇਹਨਾਂ ਨੇ ਇਸ ਇਨੀਸ਼ੀਏਟਿਵ ਦਾ ਨਾਮ ਰੱਖਿਆ PM ਵਾਨੀ, PM ਵਾਨੀ। ਕਿਹੜਾ ਸਮਾਲ ਫਾਈਨੈਂਸ ਬੈਂਕ ਹੈ ਜਿਹਨੇ ਇੱਕ ਬੈਂਕਿੰਗ ਚੈਨਲ ਸ਼ੁਰੂ ਕੀਤਾ ਹੈ ਜਿਹਦਾ ਨਾਮ ਹੈ ਮਨੀ ਮਿੱਤਰਾ? ਮਨੀ ਮਿੱਤਰਾ ਇਹ ਸ਼ੁਰੂ ਕੀਤਾ ਹੈ ਉਜਵਨ ਸਮਾਲ ਫਾਈਨੈਂਸ ਬੈਂਕ ਨੇ। ਕਿਹੜੇ ਬੈਂਕ ਨੇ 2.5 ਮਿਲੀਅਨ USD ਡਾਲਰਸ ਦਾ ਲੋਨ ਦਿੱਤਾ ਹੈ ਇੰਡੀਆ ਨੂੰ ਬਾਇਓਫਿਊਲ ਡਿਵੈਲਪਮੈਂਟ ਵਾਸਤੇ? ਬਾਇਓਫਿਊਲ ਡਿਵੈਲਪਮੈਂਟ ਲਈ ਇੰਡੀਆ ਨੂੰ 2.5 ਮਿਲੀਅਨ USD ਡਾਲਰਸ ਦਾ ਲੋਨ ਮਿਲਿਆ ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ, ਏਸ਼ੀਅਨ ਡਿਵੈਲਪਮੈਂਟ ਬੈਂਕ ਤੋਂ। ਏਸ਼ੀਅਨ ਡਿਵੈਲਪਮੈਂਟ ਬੈਂਕ ਕਾਫੀ ਮਤਲਬ ਇਹਦੇ ਰਿਲੇਸ਼ਨਸ ਅੱਛੇ ਨੇ ਇੰਡੀਆ ਦੇ ਨਾਲ, ਅਤੇ ਇਹ ਕਾਫੀ ਲੋਨਸ ਵੀ ਦਿੰਦਾ ਰਹਿੰਦਾ ਇੰਡੀਆ ਨੂੰ ਅਤੇ ਇੰਡੀਆ ਦੀ ਕਾਫੀ ਸਟੇਟਸ ਨੂੰ। ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ ਦੇ ਵਿੱਚ ਇੰਡੀਆ ਦਾ ਕੀ ਰੈਂਕ ਆਇਆ? ਇੰਡੀਆ ਦਾ ਰੈਂਕ ਆਇਆ 10th, ਅਤੇ ਇਸ ਵਾਰ ਫਸਟ ਕੋਈ ਨਹੀਂ ਆਇਆ। ਫਸਟ ਕੇ ਈਵਨ ਕਿ ਫਸਟ, ਸੈਕਿੰਡ ਅਤੇ ਥਰਡ ਕੋਈ ਵੀ ਨਹੀਂ ਆਇਆ, ਕਿਉਂਕਿ ਕਿਸੇ ਨੇ ਵੀ ਕਲਾਈਮੇਟ ਚੇਂਜ ਦੇ ਵਿੱਚ ਇੰਨਾ ਅੱਛਾ ਕੰਮ ਹੀ ਨਹੀਂ ਕੀਤਾ ਸੀ ਬਈ ਉਹਨਾਂ ਨੂੰ ਫਸਟ, ਸੈਕਿੰਡ ਜਾਂ ਫਿਰ ਥਰਡ ਰੈਂਕ ਦਿੱਤਾ ਜਾਵੇ। ਸੋ ਪਹਿਲੇ 3 ਰੈਂਕ ਖਾਲੀ ਨੇ ਅਤੇ ਚੌਥੇ ਰੈਂਕ 'ਤੇ ਹੈ ਸਵੀਡਨ। ਸਵੀਡਨ 4th ਰੈਂਕ 'ਤੇ ਹੈ ਅਤੇ ਇੰਡੀਆ ਦਾ ਰੈਂਕ ਹੈ 10th। ਲਾਸਟ ਟਾਈਮ ਇੰਡੀਆ ਦਾ ਜੋ ਰੈਂਕ ਹੈ ਉਹ 9th ਸੀਗਾ। ਵੈਸਟ ਬੰਗਾਲ ਦਾ ਪਹਿਲਾ ਡੀਪ ਸੀ ਪੋਰਟ ਕਿਹੜੀ ਥਾਂ 'ਤੇ ਬਣੂਗਾ? ਇਹ ਬਣੂਗਾ ਤਾਜਪੁਰ 'ਤੇ। ਤਾਜਪੁਰ 'ਚ ਜੋ ਵੈਸਟ ਬੰਗਾਲ ਦਾ ਫਸਟ ਡੀਪ ਸੀ ਪੋਰਟ ਬਣਾਇਆ ਜਾਏਗਾ। 2020 ਦੇ ਵਿੱਚ ਗੂਗਲ ਦੇ ਉੱਪਰ ਇੰਡੀਆ ਦਾ ਮੋਸਟ ਸਰਚਡ ਵਰਡ ਕਿਹੜਾ ਹੈ? ਵੀ ਸਭ ਤੋਂ ਵੱਧ ਗੂਗਲ ਦੇ ਉੱਪਰ ਲੱਭੇ ਜਾਣ ਵਾਲਾ ਸ਼ਬਦ ਕਿਹੜਾ ਹੈ? ਉਹ ਹੈ ਇੰਡੀਅਨ ਪ੍ਰੀਮੀਅਮ ਲੀਗ IPL। ਅਤੇ ਅਗਰ ਆਪਾਂ ਇੱਥੋਂ ਇੰਡੀਆ ਹਟਾ ਦਈਏ ਤਾਂ
ਇੱਥੇ ਕੁਐਸਚਨ ਬਣ ਜਾਏਗਾ ਵੀ ਪੂਰੇ ਵਰਲਡ ਦੇ ਵਿੱਚ ਗੂਗਲ ਤੇ ਸਭ ਤੋਂ ਜ਼ਿਆਦਾ 2020 ਵਿੱਚ ਸਭ ਤੋਂ ਜ਼ਿਆਦਾ ਕਿਹੜਾ ਵਰਡ ਲੱਭਿਆ ਗਿਆ, ਤਾਂ ਇਹਦਾ ਆਨਸਰ ਬਣ ਜਾਏਗਾ ਕਰੋਨਾ ਵਾਇਰਸ। ਅੱਛਾ ਦੇਖ ਲਓ, ਪੂਰੀ ਦੁਨੀਆ 'ਚ ਕਰੋਨਾ ਵਾਇਰਸ ਦੀ ਮਹਾਮਾਰੀ ਫੈਲੀ ਹੋਈ ਹੈ, ਪਰ ਆਪਣੇ ਇੰਡੀਅਨਸ ਨੇ IPL ਦਾ ਚਾਅ ਨਹੀਂ ਛੱਡਿਆ। ਆਤਮ ਨਿਰਭਰ ਵੂਮਨ ਗੋਲਡ ਸਕੀਮ ਇਹ ਕਿਹੜੇ ਬੈਂਕ ਨੇ ਸ਼ੁਰੂ ਕੀਤੀ ਹੈ? ਆਤਮ ਨਿਰਭਰ ਵੂਮਨ ਗੋਲਡ ਸਕੀਮ ਇਹ ਸ਼ੁਰੂ ਕੀਤੀ ਹੈ ਬੈਂਕ ਆਫ ਬੜੌਦਾ ਨੇ। ਬੈਂਕ ਆਫ ਬੜੌਦਾ ਨੇ ਸ਼ੁਰੂ ਕੀਤੀ ਹੈ। ਇਹਦੇ ਵਿੱਚ ਕੀ ਹੋਏਗਾ, ਜੋ ਵੂਮਨਸ ਹੈ ਉਹਨਾਂ ਨੂੰ 0.5% ਦੀ ਕੰਸੈਸ਼ਨ ਮਿਲੇਗੀ ਅਗਰ ਉਹ ਲੋਨ ਲੈਂਦੇ ਆ, ਤਾਂ 0.5% ਦੀ ਕੰਸੈਸ਼ਨ ਮਿਲੇਗੀ। ਸੰਜੀਵ ਚੱਡਾ MD ਨੇ, ਮੈਨੇਜਿੰਗ ਡਾਇਰੈਕਟਰ ਨੇ ਬੈਂਕ ਆਫ ਬੜੌਦਾ ਦੇ, ਸੰਜੀਵ ਚੱਡਾ। ਤੇ ਬੈਂਕ ਆਫ ਬੜੌਦਾ ਜੋ ਈਜ਼ ਇੰਡੈਕਸ ਆਇਆ ਸੀ ਸੈਕਿੰਡ ਵਾਲਾ, ਉਹਦੇ ਵਿੱਚ ਬੈਂਕ ਆਫ ਬੜੌਦਾ ਨੇ ਟੌਪ ਕੀਤਾ ਸੀ। ਕਿਹੜੀ ਸਟੇਟ ਦੀ ਪੁਲਿਸ ਹੈ ਜਿਨੇ ਇੰਟਰਪੋਲ ਤੋਂ ਇੱਕ ਸੌਫਟਵੇਅਰ ਲਿਆ ਹੈ ਜਿਹਦਾ ਨਾਮ ਹੈ ਕ੍ਰੋਲਰ? ਕ੍ਰੋਲਰ ਨਾਮ ਦਾ ਸੌਫਟਵੇਅਰ ਲਿਆ ਮਹਾਰਾਸ਼ਟਰ ਦੀ ਪੁਲਿਸ ਨੇ ਇੰਟਰਪੋਲ ਤੋਂ। ਇੰਟਰਪੋਲ ਕੀ ਹੁੰਦਾ? ਇਹ ਇੰਟਰਨੈਸ਼ਨਲ ਪੁਲਿਸ ਹੁੰਦੀ ਹੈ ਅਤੇ ਇਹਦੇ ਹੈੱਡਕੁਆਟਰਸ ਹੈਗੇ ਆ ਲਿਓਂ ਦੇ ਵਿੱਚ। ਲਿਓਂ ਦੇ ਵਿੱਚ ਇੰਟਰਪੋਲ ਦਾ ਹੈੱਡਕੁਆਟਰਸ ਹੈ। ਅਤੇ ਕ੍ਰੋਲਰ ਜੋ ਇੱਕ ਸੌਫਟਵੇਅਰ ਹੈ ਜੋ ਆਪਣੀ ਮਹਾਰਾਸ਼ਟਰ ਦੀ ਪੁਲਿਸ ਨੇ ਇੰਟਰਪੋਲ ਤੋਂ ਲਿੱਤਾ ਹੈ। ਇਹ ਕਿਉਂ ਲਿੱਤਾ ਹੈ? ਇਸ ਤੋਂ ਇਹ ਕੀ ਕਰਨਗੇ, ਇੱਕ ਟਰੇਸ ਯੂਨਿਟ ਬਣਾਉਣਗੇ। ਇਹ ਬਣਾਉਣਗੇ ਇੱਕ ਟਰੇਸ ਯੂਨਿਟ। ਟਰੇਸ ਦੀ ਫੁੱਲ ਫੋਰਮ ਹੈ ਟੈਕਟੀਕਲ ਰਿਸਪੌਂਸ ਅਗੇਂਸਟ ਸਾਈਬਰ ਚਾਈਲਡ ਐਕਸਪਲੋਇਟੇਸ਼ਨ। ਮਤਲਬ ਕਿ ਜੋ ਬੱਚਿਆਂ ਦੇ ਐਕਸਪਲੋਇਟੇਸ਼ਨ ਦੀ ਵੀਡੀਓਜ਼ ਹੁੰਦੀ ਹੈ ਉਸ ਨੂੰ ਰੋਕਣ ਲਈ ਇਹ ਕ੍ਰੋਲਰ ਸੌਫਟਵੇਅਰ ਇੰਟਰਪੋਲ ਤੋਂ ਲਿੱਤਾ ਗਿਆ ਹੈ। ਵਰਲਡ ਇਕਨੋਮਿਕ ਫੋਰਮ 2021 ਦੇ ਵਿੱਚ ਵਰਲਡ ਇਕਨੋਮਿਕ ਫੋਰਮ ਕਿਹੜੀ ਕੰਟਰੀ ਹੋਸਟ ਕਰੇਗੀ? ਸਿੰਗਾਪੁਰ। ਸਿੰਗਾਪੁਰ 2021 ਦੇ ਵਿੱਚ ਵਰਲਡ ਇਕਨੋਮਿਕ ਫੋਰਮ ਹੋਸਟ ਕਰੇਗੀ। ਵਰਲਡ ਇਕਨੋਮਿਕ ਫੋਰਮ ਦਾ ਜੋ ਹੈੱਡਕੁਆਟਰਸ ਹੈ ਇਹ ਹੈ ਜਨੇਵਾ ਦੇ ਵਿੱਚ। ਅਤੇ ਸਿੰਗਾਪੁਰ ਦੇ ਨਾਲ ਇੰਡੀਆ 2 ਮਿਲਟਰੀ ਐਕਸਰਸਾਈਜ਼ ਵੀ ਕਰਦਾ ਹੈ। ਇੱਕ ਤਾਂ ਹੈ ਸਿੰਬੈਕਸ ਅਤੇ ਦੂਸਰੀ ਹੈ ਬੋਲਡ ਕੁਰੂਕਸ਼ੇਤਰ। ਬੋਲਡ ਕੁਰੂਕਸ਼ੇਤਰ। ਕਨਰਗਾਂਵ ਸੈਂਚੁਰੀ ਇਹ ਕਿੱਥੇ ਬਣੀ ਹੈ? ਇਹ ਬਣੀ ਹੈ ਮਹਾਰਾਸ਼ਟਰ ਦੇ ਵਿੱਚ, ਅਤੇ ਇਹ ਮਹਾਰਾਸ਼ਟਰ ਦੀ 50th ਵਾਈਲਡ ਲਾਈਫ ਸੈਂਚੁਰੀ ਹੈ। ਕਨਰਗਾਂਵ ਸੈਂਚੁਰੀ ਇਹ 50th ਵਾਈਲਡ ਲਾਈਫ ਸੈਂਚੁਰੀ ਹੈ ਮਹਾਰਾਸ਼ਟਰ ਦੀ। ਨੇਪਾਲ ਨੇ ਅਤੇ ਚਾਈਨਾ ਨੇ ਮਾਊਂਟ ਐਵਰੈਸਟ ਦੀ ਜੋ ਹਾਈਟ ਹੈ ਉਹਨੂੰ ਦੁਬਾਰੇ ਮੈਜ਼ਰ ਕੀਤਾ ਹੈ। ਸੋ ਦੁਬਾਰੇ ਮੈਜ਼ਰ ਕਰੇ ਤੇ ਇਹ ਕਿੰਨੀ ਵੱਧ ਆਈ? ਪਹਿਲਾਂ ਜੋ ਮਾਊਂਟ ਐਵਰੈਸਟ ਦੀ ਹਾਈਟ ਸੀ ਉਹ ਸੀ 8848 ਮੀਟਰਸ। ਸੋ ਹੁਣ ਜਦੋਂ ਨਈ ਮੈਜ਼ਰਮੈਂਟ ਹੋਈ ਹੈ ਤਾਂ ਇਹਦੇ ਵਿੱਚ 0.86 ਮੀਟਰਸ ਦੇ ਨਾਲ ਉਹਦੀ ਹਾਈਟ ਵਧੀ ਹੋਈ ਪਾਈ ਇਹਨਾਂ ਨੇ। ਨੇਪਾਲ ਅਤੇ ਚਾਈਨਾ ਨੇ ਇਹ ਸਰਵੇ ਕੀਤਾ ਸੀ। ਨੇਪਾਲ ਦੇ ਵਿੱਚ ਜੋ ਆਪਣਾ ਮਾਊਂਟ ਐਵਰੈਸਟ ਹੈ ਇਹਨੂੰ ਸਾਗਰ ਮੱਠਾ ਵੀ ਕਿਹਾ ਜਾਂਦਾ ਹੈ। ਸਾਗਰ ਮੱਥਾ ਜਾਂ ਫਿਰ ਸਾਗਰ ਮੱਠ ਵੀ ਤੁਸੀਂ ਕਿਤੇ ਲਿਖਿਆ ਦੇਖ ਸਕਦੇ ਹੋ, ਉਹ ਵੀ ਨੇਪਾਲ ਦੇ ਵਿੱਚ ਹੀ ਕਿਹਾ ਜਾਂਦਾ ਹੈ। ਅਨੀਤਾ ਆਨੰਦ ਦੀ ਕਿਹੜੀ ਬੁੱਕ ਨੇ ਪੈਨ ਹੈਸਲ ਟਿਲਟਮੈਨ ਪ੍ਰਾਈਜ਼ ਜਿੱਤਿਆ? ਇਹ ਪ੍ਰਾਈਜ਼ ਕਿਸ ਲਈ ਹੁੰਦਾ? ਇਹ ਹਿਸਟਰੀ ਲਈ ਹੁੰਦਾ। ਸੋ ਇਹ ਜਿੱਤਿਆ ਦ ਪੇਸ਼ੈਂਟ ਅਸੈਸਿਨ ਨੇ। ਇਹ ਜੋ 1919 ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਜੋ ਕਾਂਡ ਹੋਇਆ ਸੀ, ਇਹ ਬੁੱਕ ਉਸ 'ਤੇ ਹੈ। ਸੋ ਹਿਸਟਰੀ ਦੇ ਉੱਪਰ ਇਹਨੇ ਪ੍ਰਾਈਜ਼ ਜਿੱਤਿਆ, ਟਿਲਟਮੈਨ ਪ੍ਰਾਈਜ਼। US ਦੇ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਸਰਜਨ ਜਨਰਲ ਕਿਹਨੂੰ ਚੁਣਿਆ? ਸੋ ਸਰਜਨ ਜਨਰਲ ਇਲੈਕਟ ਹੋਏ ਨੇ ਡਾਕਟਰ ਵਿਵੇਕ ਮੂਰਤੀ। ਇਹ ਫਸਟ ਟਾਈਮ ਨਹੀਂ ਬਣੇ, ਜਦੋਂ ਬਰੈਕ ਓਬਾਮਾ ਉੱਥੇ ਪ੍ਰੈਜ਼ੀਡੈਂਟ ਸੀ ਉਦੋਂ ਵੀ ਸਰਜਨ ਜਨਰਲ ਇਹੀ ਹੁੰਦੇ ਸੀ। ਸ਼ੇਖ ਸਬਾ ਅਲ ਖਲੀਦ ਅਲ ਸਬਾ ਇਹ ਕਿਹੜੀ ਕੰਟਰੀ ਦੇ ਪ੍ਰਾਈਮ ਮਿਨਿਸਟਰ ਬਣੇ ਆ? ਦੁਬਾਰਾ ਪ੍ਰਾਈਮ ਮਿਨਿਸਟਰ ਬਣ ਗਏ। ਇਹ ਬਣ ਗਏ ਕੁਵੈਤ ਦੇ ਪ੍ਰਾਈਮ ਮਿਨਿਸਟਰ ਬਣੇ ਨੇ ਦੁਬਾਰਾ। ਇਹ ਜਿਹੜੇ 2024 ਦੇ ਵਿੱਚ ਪੈਰਿਸ ਦੇ ਵਿੱਚ ਓਲੰਪਿਕਸ ਹੋਣੇ ਹੈ, ਉਹਦੇ ਵਿੱਚ ਕਿਹੜਾ ਡਾਂਸ ਸਪੋਰਟ ਨੇ ਡੈਬਿਊ ਕਰਨਾ ਹੈ? ਮਤਲਬ ਇਹ ਡਾਂਸ ਸਪੋਰਟ ਪਹਿਲੀ ਵਾਰ ਆਊਗਾ। ਇਹ ਹੈ ਜੀ ਬ੍ਰੇਕ ਡਾਂਸਿੰਗ। ਬ੍ਰੇਕ ਡਾਂਸਿੰਗ ਫਸਟ ਵਾਰ ਪੈਰਿਸ ਓਲੰਪਿਕ 2024
2024 ਦੇ ਵਿੱਚ ਆਊਗਾ। ਤੇ 2024 ਓਲੰਪਿਕਸ ਤਾਂ ਹੋ ਰਹੇ ਨੇ ਪੈਰਿਸ 'ਚ, ਤੇ 2028 ਇਹਦੇ ਹੋ ਰਹੇ ਨੇ ਲਾਸ ਐਂਜਲਸ 'ਚ, LA ਦੇ ਵਿੱਚ। ਇਹ ਸਮਰ ਓਲੰਪਿਕਸ ਦੀ ਗੱਲ ਹੋ ਰਹੀ ਹੈ। ਤੇ 2022 ਦੇ ਵਿੱਚ ਵਿੰਟਰ ਓਲੰਪਿਕਸ ਕਿੱਥੇ ਹੋ ਰਿਹਾ ਹੈ? ਵਿੰਟਰ ਓਲੰਪਿਕਸ ਹੋਣਗੇ ਬੀਜਿੰਗ ਦੇ ਵਿੱਚ। ਤੇ 2026 ਇਹਦੇ ਵਿੱਚ ਜੋ ਵਿੰਟਰ ਓਲੰਪਿਕਸ ਹੋਣੇ ਆ ਇਹ ਹੋਣਗੇ ਮਿਲਾਨੋ ਵਿੱਚ। ਇਹ ਹੋਣਗੇ ਮਿਲਾਨੋ ਵਿੱਚ। ਇਹ ਇਟਲੀ ਦੇ ਸ਼ਹਿਰ ਨੇ ਮਿਲਾਨੋ ਤੇ ਕੋਰਤੀਨਾ। ਮਿਲਾਨੋ ਤੇ ਕੋਰਤੀਨਾ ਇਹ ਦੋ ਇਟਲੀ ਦੇ ਸ਼ਹਿਰ ਨੇ, ਇੱਥੇ ਹੋਣਗੇ 2026 ਦੇ ਵਿੰਟਰ ਓਲੰਪਿਕਸ। ਸੋ ਇਹ ਸੀ ਐਂਡ ਇਸ ਵੀਡੀਓ ਦਾ। ਮਿਲਦੇ ਆਪਾਂ ਦਸੰਬਰ ਦੇ 3rd ਪਾਰਟ ਵਿੱਚ। ਥੈਂਕਸ ਫॉर ਵਾਚਿੰਗ ਦੀ ਪ੍ਰੋਡ।